खालसा जी चैनल ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। साहिब कमाल बारगाहे नायत के मालक कलयुगी जीवों के उद्धार करता साहिब सहाबा जोत रूप आराप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी नायतमयी श्री चरण कमलों च विराजमान गुरु प्यारी साध संगत गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवे दिन की जो नवे जन्म समान है शाम अजीजुल नवाज गनीमुल खराज पातशाह गुरु गोबिंद सिंह महाराज जी दे पावन चरण कमलों की खाक दे नाम करना नसीब होया। सतगुरु जी के दर तो निवाजे हुए कीर्तनिया तो बड़े प्रेम रस विच सोदर चौंकी दे कीर्तन हर कीरत हमरी रहरास आरती अरदास ते फिर महाराज जी के हुक्मनामे आपने झोली च पवाए हैं। कुछ समा होर महिमा दे मालक तन 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 गुरु पिता श्री गुरुदेव गुरु हरगोबिंद साहिब जी दे महान पवित्र जीवन दियां पावन जीवन गाथावां राहीं मन गुरु चरनां नाल जुड़ सके गुरु इतिहास विचार गुरु दीदार दा बायस बने इसलिए पेशतर छोटी जी ध्यान साधना है। दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है। ये साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक श्रवण करदियां इतना आपने बड़े प्रेम सहित श्रवण किया कि श्री गुरु हरगोबिंद साहिब जी दे महल मात दामोदरी जियां ने सतगुरु जी दे चरनां च प्रार्थना की कि हे गुरुदेव हे संसार दे मालक मेरे पति परमात्मा थोड़े चरनां च बेनती है कि साडी बच्ची बीरो जी उन्हां दे आनंद कारज की तैयारी की जावे।
ਮਹਾਰਾਜ ਜੀਆਂ ਨੇ ਉਸ ਬੇਨਤੀ ਨੂੰ ਮੰਨਿਆ, ਆਖਿਆ ਠੀਕ ਹੈ, ਭਲਕੇ ਕਰਾਂਗੇ। ਬਾਰਾਤ ਕਿਸ ਦਿਨ ਆਵੇ, ਚਿੱਠੀ ਲਿਖ ਕੇ ਮਹਾਰਾਜ ਜੀ ਨੇ ਆਪਣੇ ਕੁੜਮਾਂ ਨੂੰ ਭੇਜੀ ਔਰ ਸਿੰਘੋ ਨਾਮ ਦਾ ਹਲਕਾਰਾ ਇੱਕ ਪੱਤਰਕਾ ਦੇ ਕੇ ਆਇਆ। ਆਨੰਦ ਕਾਰਜ ਵਿੱਚ ਕਿਉਂਕਿ ਦੂਰ ਦੂਰ ਤੋਂ ਸੰਗਤਾਂ ਪਹੁੰਚਣਗੀਆਂ, ਰਿਸ਼ਤੇਦਾਰ ਪਹੁੰਚਣਗੇ, ਸਾਰੀਆਂ ਸੰਗਤਾਂ ਦੇ ਲੰਗਰਾਂ ਵਾਸਤੇ ਬਹੁਤ ਸੋਹਣੇ ਸਾਜੋ ਸਮਾਨ ਪਦਾਰਥ ਮੰਗਵਾਏ ਗਏ। ਜਿਹੜੇ ਜਿਹੜੇ ਇਲਾਕੇ ਦੀ ਜੋ ਜੋ ਮਸ਼ਹੂਰ ਵਸਤੂ ਪਹਿਰਨ ਵਾਸਤੇ, ਛਕਣ ਵਾਸਤੇ ਸੀ, ਉਹ ਸਾਰੀਆਂ ਵਸਤੂਆਂ ਖਰੀਦ ਕੇ ਵੱਖ-ਵੱਖ ਮਸੰਦਾਂ ਦੀ ਸੇਵਾ ਲਗਾਈ ਮਹਾਰਾਜ ਨੇ। ਸਤਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਹਾਜ਼ਰ ਕੀਤੀਆਂ ਗਈਆਂ। ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਬੜਾ ਖੂਬਸੂਰਤ ਲਿਖਿਆ, ਸੰਚਨ ਕਰਿਓ ਘ੍ਰਿਤ ਬਹੁ ਲਿਆਏ, ਲਾਦ ਫਾਣਤੀ ਉਸਰ ਪਠਾਏ। ਦੇਸੀ ਘਿਓ ਇਕੱਠਾ ਕੀਤਾ ਗਿਆ ਤੇ ਊਠ ਲੱਦ ਕੇ ਸ਼ੱਕਰ ਲਿਆਂਦੀ ਗਈ। ਸੁੰਦਰ ਅੰਨ ਹੋਤ ਜਿਸ ਭੂਮ, ਸੂਖਮ ਚਾਵਰ ਅਰ ਗੋਧੂਮ। ਜਿਸ ਜਿਸ ਧਰਤੀ ਵਿੱਚ ਜੋ ਜੋ ਚੀਜ਼ਾਂ ਸੋਹਣੀਆਂ ਤੇ ਸਵਾਦਿਸ਼ਟ ਹੁੰਦੀਆਂ ਸਨ, ਉਹ ਚੇਚੀਆਂ ਉਸ ਇਲਾਕੇ ਤੋਂ ਮੰਗਵਾਈਆਂ ਗਈਆਂ, ਜਿਹਦੇ ਵਿੱਚ ਬਾਸਮਤੀ ਦੇ ਚਾਵਲ ਔਰ ਕਣਕ ਆਦਿਕ, ਜੌਂ ਆਦਿਕ, ਜਿਸ ਜਿਸ ਭੂਮੀ ਵਿੱਚ ਧਰਤੀ 'ਚ ਸੋਹਣੇ ਹੁੰਦੇ ਸਨ, ਉੱਥੋਂ ਮਹਾਰਾਜ ਜੀਆਂ ਨੇ ਮੰਗਵਾਏ ਤਾਂ ਕਿ ਆਉਣ ਵਾਲੀ ਬਾਰਾਤ ਤੇ ਸੰਗਤਾਂ ਦੀ ਸੇਵਾ ਵਿੱਚ ਕੋਈ ਕਮੀ ਨਾ ਰਹੇ। ਇੱਥੋਂ ਤੱਕ ਵਿਚਾਰ ਆਪਣੇ ਸਰਵਣ ਕੀਤੀ, ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਜਿਤਨੇ ਭਾਗਸ਼ਾਲੀ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਆਪਣੀ ਰਸਨਾ ਤੇ ਪਾਉਂਦਿਆਂ ਆ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਨ ਮੇਵੇ ਕਾਵਰ ਭਰ ਆਏ। ਇਸ ਤਰ੍ਹਾਂ ਕਾਂਵਰ ਕਹਿੰਦੇ ਨੇ, ਮੋਢੇ ਤੇ ਉਹ ਬੈਲੈਂਸ ਰੱਖ ਕੇ ਦੋ ਪਾਸੇ ਛਾਬੜੀਆਂ ਭਰ ਭਰ ਕੇ, ਜਿਵੇਂ ਤੁਸੀਂ ਆਮ ਦੇਖਿਆ ਹੋਵੇਗਾ ਹਿੰਦੂ ਜਗਤ ਦੇ ਖਾਸ ਤਿਉਹਾਰ ਤੇ ਲੋਕ ਕਾਂਵਰੀਏ ਬਣ ਕੇ ਮੋਢਿਆਂ ਤੇ ਵਹਿੰਗੀਆਂ ਲਟਕਾ ਕੇ ਚੱਲਦੇ ਹਨ ਔਰ ਜਲ ਚੜਾ ਕੇ ਆਉਂਦੇ ਨੇ। ਇਸ ਤਰ੍ਹਾਂ ਸਮਾਨ ਵੇਚਣ ਵਾਲੇ ਵੀ ਪੁਰਾਤਨ ਸਮੇਂ 'ਚ ਇਸ ਤਰ੍ਹਾਂ ਵਹਿੰਗੀਆਂ ਬਣਾ ਕੇ ਤੇ ਭਾਰ ਉਹਦੇ ਵਿੱਚ ਰੱਖ ਕੇ ਸਮਾਨ ਲੈ ਕੇ ਜਾਇਆ ਕਰਦੇ ਸਨ। ਤੇ ਖਾਸ ਕਰਕੇ ਮੇਵੇ, ਮੁਨੱਕੇ, ਬਾਦਾਮ, ਅਖਰੋਟ ਆਦਿਕ ਇਹ ਵਹਿੰਗੀਆਂ ਵਿੱਚ ਹੀ ਸੇਫਟੀ ਨਾਲ ਚੱਲਦੇ ਸਨ। ਤੇ ਬੇਸ਼ਕੀਮਤੀ ਮੇਵੇ ਇਸ ਤਰ੍ਹਾਂ ਵਹਿੰਗੀਆਂ ਭਰ ਭਰ ਕੇ ਲਿਆਂਦੇ ਗਏ ਹਨ। ਬਸਨ ਮੋਲ ਬਹੁ ਕੇ ਸਮੁਦਾਇ। ਇਸ ਤਰ੍ਹਾਂ ਬਹੁਤ ਕੀਮਤੀ ਬਸਤਰ ਵੀ ਮੰਗਾਏ ਗਏ, ਜੈਸੇ ਪਸ਼ਮੀਨੇ ਆਦਿਕ ਦੇ ਬਸਤਰ, ਰੇਸ਼ਮੀ ਬਸਤਰ ਮੰਗਾਏ ਗਏ। ਇਤਿਆਦਿਕ ਚਹੀਅਤ ਸੋ ਲਿਆਏ। ਇਤਿਆਦਿਕ ਜੋ ਕੁਝ ਹੋਰ ਵੀ ਚਾਹੀਦਾ ਸੀ ਉਹ ਵੀ ਲਿਆਂਦਾ ਗਿਆ। ਸੰਚ ਸਮੱਗਰੀ ਤਿਆਰ ਕਰਾਏ। ਸਾਰੀ ਸਮੱਗਰੀ ਜੋ ਜੋ ਲੋੜੀਂਦੀ ਸੀ ਤੇ ਜਿਸ ਜਿਸ ਦੀ ਲੋੜ ਪੈ ਸਕਦੀ ਸੀ
ਤੇ ਜਿਸ ਜਿਸ ਦੀ ਲੋੜ ਪੈਣ ਦੀ ਸੰਭਾਵਨਾ ਸੀ ਉਹ ਸਾਰੀ ਮੰਗਵਾਈ ਗਈ ਹੈ। ਸ੍ਰੀ ਹਰਿ ਗੋਬਿੰਦ ਸਹਿਜ ਤੇ ਸੁਭਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਵਤੇ ਹੀ ਸਹਿਜ ਸੁਭਾਏ ਹੀ ਹਨ। ਪੈਂਦੇ ਪਰ ਰੁਖ ਵਦ ਅਧਿਕਾਏ। ਪੈਂਦੇ ਖਾਨ ਤੇ ਬਹੁਤ ਖੁਸ਼ ਰਹਿੰਦੇ ਹਨ ਮਹਾਰਾਜ। ਰੀਜੈ ਕਦ ਵਿਸਾਲ ਅਵਲੋਕੈ। ਉਹਦਾ ਕੱਦ ਕਾਠ ਬੜਾ ਵਿਸ਼ਾਲ ਹੈ, ਉੱਚਾ ਲੰਬਾ ਜਵਾਨ ਹੈ ਤੇ ਬਹੁਤ ਤਗੜਾ ਜੁੱਸਾ ਹੈ। ਉਸ ਵੱਲ ਮਹਾਰਾਜ ਦੇਖ ਕੇ ਪ੍ਰਸੰਨ ਹੁੰਦੇ ਹਨ। ਬਲ ਤੇ ਮਹਿਖਨ ਕੋ ਗਹਿ ਰੋਕੈ। ਬਲ ਉਸ ਵਿੱਚ ਇਤਨਾ ਜ਼ਿਆਦਾ ਹੈ ਕਿ ਮਹਿਖਨ ਭਾਵ ਝੋਟੇ ਮੱਝਾਂ ਭਿੜਦੀਆਂ ਹੋਣ ਤੇ ਉਹਨਾਂ ਨੂੰ ਸਿੰਘਾਂ ਤੋਂ ਪਕੜ ਕੇ ਰੋਕ ਸਕਦਾ ਹੈ, ਅਲੱਗ-ਅਲੱਗ ਕਰ ਸਕਦਾ। ਇਤਨਾ ਬਲਸ਼ਾਲੀ ਹੈ ਪਾਇੰਦੇ ਖਾਨ। ਸ੍ਰੀ ਫਲ ਧਰ ਕੇ ਡੰਡ ਦਬਾਵੈ। ਔਰ ਇਸ ਤਰ੍ਹਾਂ ਸ੍ਰੀ ਫਲ ਕਹਿੰਦੇ ਨੇ ਨਾਰੀਅਲ ਨੂੰ। ਨਾਰੀਅਲ ਜ਼ਮੀਨ ਤੇ ਰੱਖ ਕੇ ਤੇ ਆਪਣੀ ਕੋਹਣੀ ਨਾਲ ਦਬਾ ਦਿੰਦਾ ਹੈ। ਹੋਰ ਦੇਤ ਨਹਿ ਬਿਲਮ ਲਗਾਵੈ। ਤੇ ਝਟਪਟ ਨਾਰੀਅਲ ਨੂੰ ਆਪਣੀ ਕੋਹਣੀ ਨਾਲ ਬਾਂਹ ਨਾਲ ਦਬਾ ਕੇ ਤੇ ਤੋੜ ਦਿੰਦਾ ਹੈ। ਇਤਨਾ ਉਸ ਵਿੱਚ ਬਲ ਹੈ ਜਿਹੜਾ ਨਾਰੀਅਲ ਛਿੱਲਿਆ ਹੋਇਆ ਨਹੀਂ, ਬਿਨਾਂ ਛਿੱਲਿਆ ਹੋਇਆ, ਜਿਸ ਤੇ ਵਾਣ ਜਿਹਾ ਉੱਪਰ ਚੜਿਆ ਹੁੰਦਾ। ਬੜਾ ਔਖਾ ਹੈ ਉਸ ਨੂੰ ਇਸ ਤਰ੍ਹਾਂ ਕੋਹਣੀ ਨਾਲ ਦਬਾ ਕੇ ਤੋੜ ਦੇਣਾ। ਨਿਰਸੰਦੇਹ ਕੋਈ ਬਹੁਤ ਬਲਸ਼ਾਲੀ ਮਨੁੱਖੀ ਇਸ ਤਰ੍ਹਾਂ ਕਰ ਸਕਦਾ ਹੈ। ਇਹ ਸਹਿਜੇ ਹੀ ਕਰ ਲੈਂਦਾ ਹੈ। ਫਿਰਤ ਮੁੰਗਰੀ ਫੇਰਤ ਜਾਂ। ਤੇ ਭਾਰੀਆਂ ਭਾਰੀਆਂ ਮੁੰਗਲੀਆਂ ਜੋ ਬਹੁਤ ਵਜ਼ਨੀ ਨੇ, ਲੱਕੜ ਦੀਆਂ ਬਣੀਆਂ ਹੋਈਆਂ, ਉਹ ਪੁਰਾਣੇ ਸਮੇਂ ਤੇ ਅੱਜ ਵੀ ਅਖਾੜਿਆਂ ਵਿੱਚ ਜਿਹੜੇ ਪਹਿਲਵਾਨ ਨੇ ਨਾ ਮੁੰਗਲੀ ਫੇਰਦੇ ਨੇ, ਜਿਵੇਂ ਡੰਬਲ ਹੁੰਦੇ ਨੇ, ਇਸ ਢੰਗ ਦੇ ਨਾਲ ਉਹ ਭਾਰੀਆਂ ਮੁੰਗਲੀਆਂ ਲੱਕੜ ਦੀਆਂ ਹੁੰਦੀਆਂ ਸਨ। ਉਹ ਆਪਣੇ ਬਾਜੂਆਂ ਨੂੰ, ਡੋਲਿਆਂ ਨੂੰ ਮਜ਼ਬੂਤ ਕਰਨ ਵਾਸਤੇ ਫੇਰਦੇ ਸਨ। ਇਹ ਜਿਹੜੀ ਇਹਦੀ ਮੁੰਗਲੀਆਂ ਨੇ, ਜਦ ਇਹ ਫੇਰਦਾ ਹੈ ਤਾਂ ਦਸਕਤ ਧਰਾ ਗਰਤ ਹੋਇ ਤਹਾਂ। ਜਿੱਥੇ ਮੁੰਗਲੀਆਂ ਫੇਰਦਾ, ਜ਼ੋਰ ਲਗਾਉਂਦਾ ਖੜਾ ਹੋ ਕੇ, ਉੱਥੇ ਜ਼ਮੀਨ ਧਸ ਜਾਂਦੀ, ਖੱਡੇ ਪੈ ਜਾਂਦੇ ਹਨ। ਦੋਇ ਘਟੀ ਦਿਨ ਜਬ ਰਹਿ ਜਾਵੈ। ਦੋ ਘੜੀਆਂ ਜਦੋਂ ਦਿਨ ਰਹਿ ਜਾਂਦਾ, ਲੋਢਾ ਵੇਲਾ ਹੋ ਜਾਂਦਾ, ਆਪਨੋ ਬਲ ਤਹਿ ਸੰਗ ਲਗਾਵੈ। ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਨਾਲ ਬਲ ਕਰਦੇ ਹਨ, ਇਸ ਨਾਲ ਖੇਲਦੇ ਹਨ। ਕਰੈ ਅਨੇਕ ਰੀਤ ਕੇ ਦਾਏ। ਅਨੇਕਾਂ ਤਰ੍ਹਾਂ ਦੇ ਦਾਅ ਚੱਲਦੇ ਹਨ। ਗਹਿ ਗੁਰੂ ਕਰ ਲੇਤ ਦਬਾਏ। ਜਦੋਂ ਮਹਾਰਾਜ ਜੀ ਦਾ ਮਨ ਹੁੰਦਾ ਹੈ, ਇੱਕ ਹੱਥ ਨਾਲ ਹੀ ਇਸ ਨੂੰ ਦੱਬ ਦਿੰਦੇ। ਹੈ ਬੜਾ ਬਲਸ਼ਾਲੀ, ਬੜਾ ਤਕੜਾ ਹੈ, ਬੜਾ ਸੂਰਮਾ ਹੈ। ਇੰਨੀਆਂ ਭਾਰੀਆਂ ਮੁੰਗਲੀਆਂ ਫੇਰਦਾ ਕਿ ਜਿੱਥੇ ਖਲੋਂਦਾ ਚੱਲਦਾ ਉੱਥੇ ਜ਼ਮੀਨ ਧੱਸਦੀ ਹੈ। ਨਾਰੀਅਲ ਨੂੰ ਆਪਣੀ ਬਾਂਹ ਨਾਲ ਦਬਾ ਕੇ ਤੇ ਟੁਕੜੇ ਟੁਕੜੇ ਕਰ ਦਿੰਦਾ। ਭਿੜਦਿਆਂ ਹੋਇਆਂ ਝੋਟਿਆਂ ਨੂੰ, ਮੱਝਾਂ ਨੂੰ ਸਿੰਗਾਂ ਤੋਂ ਫੜ ਕੇ ਅਲੱਗ ਕਰ ਦਿੰਦਾ ਹੈ। ਥੋੜਾ ਬਲ ਨਹੀਂ ਇਸ ਵਿੱਚ, ਪਰ ਜਦ ਮਹਾਰਾਜ ਜੀ ਦਾ ਮਨ ਹੁੰਦਾ ਹੈ ਤੇ ਇੱਕ ਹੱਥ ਨਾਲ ਹੀ ਇਸ ਨੂੰ ਗਰਦਨੋਂ ਪਕੜ ਕੇ ਤੇ ਦਬਾ ਦਿੰਦੇ ਹਨ ਤੇ ਮੁੜ ਕੇ ਇਸ ਕੋਲੋਂ ਉੱਠਿਆ ਨਹੀਂ ਜਾਂਦਾ। ਕਈ ਵਾਰੀ ਹੱਥ ਪਕੜ ਕੇ ਇਸ ਤਰ੍ਹਾਂ ਦਬਾਉਂਦੇ ਨੇ, ਇਹਦੀਆਂ ਚੀਖਾਂ ਨਿਕਲ ਜਾਂਦੀਆਂ। ਭਾਵੇਂ ਬਹੁਤ ਬਲਸ਼ਾਲੀ ਹੈ, ਪਰ ਮਹਾਰਾਜ ਜੀ ਦੇ ਬਲ ਦੇ ਸਾਹਮਣੇ ਇਹਦਾ ਬਲ ਛਿੱਥਾ ਪੈ ਜਾਂਦਾ, ਖਤਮ ਹੋ ਜਾਂਦਾ। ਹੋਏ ਬਿਬਸ ਬਲ ਚਲ ਹੈ ਨ ਥੋਰਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰਕ ਬਲ ਦੇ ਸਾਹਮਣੇ ਇਹ ਆਤਮਕ ਬਲ ਨਹੀਂ ਲਾਉਂਦੇ ਮਹਾਰਾਜ, ਕੋਈ ਕਰਾਮਾਤ ਨਹੀਂ ਦਿਖਾਉਂਦੇ। ਉਹਨਾਂ ਦਾ ਸਰੀਰ ਵੀ ਇਤਨਾ ਤਾਕਤਵਰ, ਇੱਕ ਬਾਣ ਵਾਲੀ ਗਰਦਨ ਤੋਂ ਪਕੜ ਕੇ ਤੇ ਜ਼ਮੀਨ ਤੇ ਮੂੰਹ ਇਸ ਦਾ ਰਗੜ ਦਿੰਦੇ। ਜਦੋਂ ਮਨ ਕਰਦਾ ਇਹਦਾ ਹੱਥ ਐਸਾ ਦਬਾਉਂਦੇ ਨੇ ਕਿ ਚੀਖਾਂ ਨਿਕਲ ਜਾਂਦੀਆਂ।
ਇਸ ਢੰਗ ਦੇ ਨਾਲ ਤੋ ਕਹੈ ਬਲ ਘਾਟ ਨ ਮੋਰਾ। ਬੜਾ ਬੇਵੱਸ ਹੋ ਜਾਂਦਾ ਹੈ ਤੇ ਮਹਾਰਾਜ ਜੀ ਦੇ ਸਾਹਮਣੇ ਇਹਦਾ ਕੋਈ ਜ਼ੋਰ ਚੱਲਦਾ ਨਹੀਂ, ਵਸ ਚੱਲਦਾ। ਪਰ ਫਿਰ ਵੀ ਸਭ ਨੂੰ ਕਹਿੰਦਾ, ਮਹਾਰਾਜ ਨੂੰ ਵੀ ਕਹਿੰਦਾ ਕਿ ਮਹਾਰਾਜ ਮੇਰੇ ਸਰੀਰ ਵਿੱਚ ਬਲ ਤਾਕਤ ਥੋੜੀ ਨਹੀਂ, ਬਹੁਤ ਜ਼ਿਆਦਾ ਬਲ ਹੈ। ਅਜਮਤ ਕੋ ਬਲ ਆਪ ਲਗਾਵੋ। ਮਹਾਰਾਜ ਸੱਚੇ ਪਾਤਸ਼ਾਹ ਆਪ ਤਾਂ ਅਜ਼ਮਤ ਦੇ ਮਾਲਕ ਹੋ, ਕਰਾਮਾਤਾਂ ਦੇ ਮਾਲਕ ਹੋ, ਤੇ ਆਪ ਕਰਾਮਾਤ ਕਰਕੇ ਮੈਨੂੰ ਦਬਾ ਲੈਂਦੇ ਹੋ। ਮੋਹ ਕੋ ਬਸ ਕਰ ਅੰਗ ਦਬਾਵੋ। ਮੇਰੇ ਸਾਰੇ ਬਲ ਨੂੰ ਤੁਸੀਂ ਵਸ ਕਰਕੇ ਤੇ ਮੇਰਾ ਸਿਰ ਦਬਾ ਦਿੰਦੇ ਹੋ। ਮੁਝ ਮਾਨਿੰਦ ਬਲੀ ਭਵ ਮਾਹੀ। ਜਦ ਕਿ ਮਹਾਰਾਜ ਹਕੀਕਤ ਇਹ ਹੈ ਕਿ ਧਰਤੀ ਤੇ ਮੇਰੇ ਵਰਗਾ ਕੋਈ ਹੋਰ ਬਲੀ ਆਨ ਥਾਨ ਕਿਤ ਦਿਖਿਅਤ ਨਾਹੀ। ਹੋਰ ਕਿਤੇ ਮੇਰੇ ਵਰਗਾ ਤਾਕਤ ਵਾਲਾ ਦਿਖਾਈ ਨਹੀਂ ਪੈਣਾ। ਮੈਂ ਅਰਜ਼ ਕਰਾਂ, ਇਹ ਤੇ ਹੰਕਾਰ ਹੀ ਹੈ ਨਾ ਵੀ ਮੇਰੇ ਵਿੱਚ ਬਲ ਬੜਾ ਜ਼ਿਆਦਾ, ਤੇ ਹੰਕਾਰਿਆ ਤਾਂ ਮਾਰਿਆ ਜਾਂਦਾ ਹੈ। ਜੇ ਕਿਧਰੇ ਇਹ ਕਹੇ ਵੀ ਮਹਾਰਾਜ ਤੁਹਾਡਾ ਬਖਸ਼ਿਆ ਹੋਇਆ ਬਲ ਹੈ, ਤੁਹਾਡੀ ਬਖਸ਼ੀ ਹੋਈ ਤਾਕਤ ਹੈ, ਗੱਲ ਹੋਰ ਹੋ ਜਾਏ। ਕਿਧਰੇ ਨਾ ਕਿਧਰੇ ਇਹਦੇ ਮਨ ਵਿੱਚ ਅਹੰਕਾਰ ਆ ਜਾਂਦਾ ਹੈ। ਗਾਹੋ ਮਤੰਗ ਸੁੰਡ ਕਰ ਬਲ ਕੋ। ਮਹਾਰਾਜ ਮੇਰੇ ਵਰਗਾ ਬਲੀ ਤਾਂ ਦੁਨੀਆ ਤੇ ਹੋਰ ਕੋਈ ਹੋਣਾ ਨਹੀਂ। ਜੇ ਕਿਧਰੇ ਮੈਂ ਵੱਡੇ ਭਾਰੇ ਹਾਥੀ ਦੀ ਸੁੰਡ ਪਕੜ ਲਵਾਂ, ਉਸ ਨੂੰ ਸੁੰਡ ਤੋਂ ਪਕੜ ਲਵਾਂ, ਐ ਚਿਨ ਕਰੋ ਤਜੋ ਨਹਿ ਥਲ ਕੋ। ਤੇ ਹਾਥੀ ਪੂਰਾ ਜ਼ੋਰ ਲਗਾ ਕੇ ਆਪਣੀ ਸੁੰਡ ਮੇਰੇ ਕੋਲ ਛੁਡਾਵੇ ਤੇ ਮੈਨੂੰ ਖਿੱਚਣਾ ਚਾਹੇ, ਤੇ ਮੈਂ ਇਤਨਾ ਬਲ ਰੱਖਦਾ ਹਾਥੀ ਨੂੰ ਇੱਕ ਪੈਰ ਵੀ ਪਿੱਛੇ ਨਹੀਂ ਜਾਣਦਾ, ਤੇ ਨਾ ਮੇਰਾ ਪੈਰ ਹਿੱਲੇਗਾ। ਮੈਂ ਹਾਥੀ ਨੂੰ ਸੁੰਡ ਤੋਂ ਪਕੜ ਕੇ ਸਹਿਜੇ ਹੀ ਰੋਕ ਸਕਦਾ ਹਾਂ। ਉਸ ਟਰ ਬਪੁਰੇ ਕਹਾਂ ਅਗਾਰੀ। ਮਹਾਰਾਜ ਜੇ ਹਾਥੀ ਨੂੰ ਮੈਂ ਰੋਕ ਸਕਦਾ ਤੇ ਊਠ ਮੇਰੇ ਸਾਹਮਣੇ ਕੀ ਹੈਗਾ? ਉਹ ਤਾਂ ਹਾਥੀ ਨਾਲੋਂ ਬੜੀ ਘੱਟ ਤਾਕਤ ਰੱਖਦਾ ਹੈ। ਗੇਰੋਂ ਭੂ ਪਰ ਹੋਏ ਨ ਸੰਭਾਰੀ। ਮਹਾਰਾਜ ਮੇਰੇ ਵਿੱਚ ਇਤਨਾ ਬਲ ਹੈ ਬਈ ਊਠ ਨੂੰ ਉਹਦੀ ਗਰਦਨ ਤੋਂ ਪਕੜ ਕੇ ਭੁਆ ਕੇ ਜ਼ਮੀਨ ਤੇ ਮਾਰਾਂ ਤੇ ਉਹ ਮੈਨੂੰ ਰੋਕ ਨਹੀਂ ਸਕਦਾ, ਉਹ ਅੜਿੰਗਣ ਲੱਗ ਪਵੇਗਾ। ਕਾਹੇ ਮਲੀਦਾ ਬਲੀ ਤੁਰੰਗ। ਤੇ ਜਿਹੜੇ ਬਲਵਾਨ ਘੋੜਿਆਂ ਨੂੰ ਮਲੀਦਾ ਚੂਰਨ ਕੀਤਾ ਹੋਇਆ ਸਾਜੋ ਸਮਾਨ ਅਨਾਜ ਆਦਿਕ ਜਿਨ੍ਹਾਂ ਨੂੰ ਖਵਾਇਆ ਜਾਂਦਾ ਹੈ, ਤੇ ਜਿਹੜੇ ਬਹੁਤ ਤਾਕਤਵਰ ਘੋੜੇ ਹੁੰਦੇ ਹਨ, ਹੋਵਹਿ ਬਰ ਤੀਰਗ ਸਰਬੰਗ। ਜਿਨ੍ਹਾਂ ਦੇ ਸਾਰੇ ਅੰਗ ਭਾਰੇ ਹੋਣ, ਤਾਕਤਵਰ ਹੋਣ ਤੇ ਬੜੇ ਬਲਵਾਨ ਹੋਵਣ ਘੋੜੇ। ਏਕ ਹਾਥ ਤੇ ਰੋਕੋ ਵਾਹੀ। ਮਹਾਰਾਜ ਉਹਨਾਂ ਦੀਆਂ ਨਾਸਾਂ 'ਚ ਉਂਗਲਾਂ ਪਾ ਕੇ ਮੈਂ ਇੱਕ ਹੱਥ ਨਾਲ ਰੋਕ ਸਕਦਾ। ਬਲੀ ਤੋਂ ਬਲੀ ਘੋੜਾ ਹੋਵੇ, ਦੂਜਾ ਹੱਥ ਮੈਨੂੰ ਲਾਉਣ ਦੀ ਲੋੜ ਨਹੀਂ ਹੈ, ਇੱਕ ਹੱਥ ਨਾਲ ਹੀ ਰੋਕ ਸਕਦਾ ਹਾਂ। ਚਰਨ ਉਠਾਵਨ ਦੇਵਨ ਤਾਹੀ। ਇਸ ਤਰ੍ਹਾਂ ਮੈਂ ਗਰਦਨ ਪਕੜ ਕੇ ਉਹਨੂੰ ਦਬਾਵਾਂਗਾ, ਘੋੜਾ ਪੈਰ ਨਹੀਂ ਚੁੱਕ ਸਕੇਗਾ। ਬਲੀ ਤੋਂ ਬਲੀ ਘੋੜਾ ਹੋਵੇ ਤੇ ਮੈਂ ਉਸ ਨੂੰ ਆਪਣੇ ਕਲਾਵੇ 'ਚ ਲੈ ਕੇ ਦਬਾ ਲਵਾਂ ਇੱਕ ਬਾਂਹ ਨਾਲ, ਤੇ ਐਸਾ ਦਬਾਵਾਂਗਾ ਕਿ ਪੈਰ ਨਹੀਂ ਪੁੱਟ ਸਕੇਗਾ। ਲਗ ਤੁਰੰਗ ਬਪਰੇ ਯਹ ਕਹਾਂ। ਬਾਕੀ ਮਹਾਰਾਜ ਛੋਟੇ ਮੋਟੇ ਘੋੜਿਆਂ ਦੀ ਮੇਰੇ ਸਾਹਮਣੇ ਕੀ ਔਕਾਤ ਹੈ। ਭਾਗਤ ਕੋ ਗਹਿ ਰਾਖਵ ਤਹਾਂ। ਛੋਟੇ ਮੋਟੇ ਘੋੜੇ ਤਾਂ ਭਾਵੇਂ ਜਿੰਨੀ ਮਰਜ਼ੀ ਤੇਜ਼ ਦੌੜਦੇ ਆਉਂਦੇ ਹੋਵਣ, ਮੈਂ ਉਹਨਾਂ ਨੂੰ ਇੱਕ ਦੁਹੱਥੜ ਨਾਲ ਹੀ ਰੋਕ ਸਕਦਾ ਤੇ ਪਕੜ ਕੇ ਉਹਨਾਂ ਨੂੰ ਸੁੱਟ ਸਕਦਾ ਹਾਂ। ਸੁਨ ਸਤ ਗੁਰੂ ਸਰਾਹਨ ਕਰੈ। ਮਹਾਰਾਜ ਸੱਚੇ ਪਾਤਸ਼ਾਹ ਨਾਲੇ ਮੁਸਕਰਾਉਂਦੇ ਨੇ ਤੇ ਨਾਲੇ ਸਰਾਉਂਦੇ, ਇਸ ਤਰ੍ਹਾਂ ਫਰਮਾਉਂਦੇ ਹਨ। ਹਾਂਜੀ, ਬਲ ਤੇ ਬਲੀ ਕਿਉ ਨਾ ਇਮ ਧਰੈ। ਮਹਾਰਾਜ ਕਹਿੰਦੇ ਨੇ ਪੈਂਦੇ ਖਾਂ ਜਿਹਦੇ ਕੋਲ ਬਲ ਹੋਵੇ, ਬਲੀ ਹੋਵੇ, ਉਹ ਕਿਉਂ ਨਹੀਂ ਇਸ ਤਰ੍ਹਾਂ ਕਰੇਗਾ? ਬਲੀ ਤੋਂ ਬਲੀ ਘੋੜਾ ਹੋਵੇ, ਦੂਜਾ ਹੱਥ ਮੈਨੂੰ ਲਾਉਣ ਦੀ ਲੋੜ ਨਹੀਂ ਹੈ, ਇੱਕ ਹੱਥ ਨਾਲ ਹੀ ਰੋਕ ਸਕਦਾ। ਬਲੀ ਤੋਂ ਬਲੀ ਘੋੜਾ ਹੋਵੇ, ਦੂਜਾ ਹੱਥ ਮੈਨੂੰ ਲਾਉਣ ਦੀ ਲੋੜ ਨਹੀਂ ਹੈ, ਇੱਕ ਹੱਥ ਨਾਲ ਹੀ ਰੋਕ ਸਕਦਾ ਹਾਂ।
ਤੇਰੇ ਕੋਲ ਬਲ ਹੈ, ਤੂੰ ਹਾਥੀ ਨੂੰ ਸੁੰਡ ਤੋਂ ਪਕੜ ਕੇ ਰੋਕ ਸਕਦਾ ਹੈ, ਨਾਰੀਅਲ ਆਪਣੀ ਕੋਹਣੀ ਨਾਲ ਤੋੜ ਸਕਦਾ ਹੈ, ਬਲੀ ਤੋਂ ਬਲੀ ਘੋੜਿਆਂ ਨੂੰ ਦਬਾ ਕੇ ਰੱਖ ਸਕਦਾ ਹੈ, ਊਠ ਨੂੰ ਚੁੱਕ ਕੇ ਮਾਰ ਸਕਦਾ ਹੈ। ਤੇ ਜਿਵੇਂ ਤੂੰ ਕਹਿ ਰਿਹਾ ਭਲਾ ਜਿਸ ਵਿੱਚ ਇੰਨਾ ਬਲ ਹੋਵੇ ਕਿਉਂ ਨਹੀਂ ਕਰ ਸਕਦਾ? ਤੇਰੇ ਵਿੱਚ ਬਲ ਹੈ, ਤੂੰ ਕਰ ਸਕਦਾ ਹੈ। ਜਥਾ ਸਰੀਰ ਢੀਲ ਵੱਡ ਤੋਰਾ, ਜਿਸ ਤਰ੍ਹਾਂ ਦਾ ਤੇਰਾ ਵੱਡਾ ਭਾਰਾ ਬਲਸ਼ਾਲੀ ਸਰੀਰ ਹੈ, ਤਿਮਹੀ ਬਲ ਵਿਸਾਲ ਨਹਿ ਥੋਰਾ। ਇਸੇ ਤਰ੍ਹਾਂ ਤੇਰੇ ਸਰੀਰ ਵਿੱਚ ਤਾਕਤ ਵੀ ਹੈ, ਬਲ ਵੀ ਬਹੁਤ ਜ਼ਿਆਦਾ ਹੈ। ਜਿਮ ਬਲ ਵੱਡ ਤਿਮ ਬਰਕਸ ਕਰੀ। ਫਿਰ ਦੂਜੀ ਗੱਲ ਹੈ, ਪੈਂਦੇ ਖਾਨ ਜਿਵੇਂ ਤੇਰੇ ਸਰੀਰ 'ਚ ਬਲ ਹੈ, ਉਸ ਤਰ੍ਹਾਂ ਤੂੰ ਭਾਰੀ ਐਕਸਰਸਾਈਜ਼ ਵੀ ਕਰਦਾ ਹੈ। ਅਚ ਖੁਰਾਕ ਬਰਕਸ ਸਮਸਰੀ। ਉਸੇ ਤਰ੍ਹਾਂ ਤੂੰ ਤਾਕਤ ਵਾਲੀ ਖੁਰਾਕ ਵੀ ਖਾਂਦਾ ਹੈ। ਮਹਾਰਾਜ ਇਹਨੂੰ ਬੋਰੀਆਂ ਭਰ ਭਰ ਕੇ ਬਦਾਮ ਖਵਾਉਂਦੇ ਨੇ, ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਵਾਉਂਦੇ ਨੇ, ਤੇ ਸਾਰਾ ਦਿਨ ਤੂੰ ਵਰਜਿਸ਼ ਵੀ ਕਰਦਾ ਰਹਿੰਦਾ ਹੈ। ਜਿਵੇਂ ਖਾਂਦਾ ਹੈ ਉਸ ਤਰ੍ਹਾਂ ਵਰਜਿਸ਼ ਵੀ ਕਰਦਾ ਹੈ। ਜਥਾ ਜੋਗ ਪੇ ਕਾਰਨ ਕਾਜ। ਇਸ ਤਰ੍ਹਾਂ ਜਥਾ ਜੋਗ, ਜਿਸ ਤਰ੍ਹਾਂ ਯੋਗ ਕੰਮ ਹੁੰਦਾ ਹੈ। ਤੁਝ ਸੰ ਬਲੀ ਨ ਅਪਰ ਸਮਾਜ। ਤੇਰੇ ਵਰਗਾ ਸਮਾਜ ਵਿੱਚ, ਪਹਿਲਵਾਨਾਂ ਦੇ ਸਮਾਜ ਵਿੱਚ, ਬਲੀ ਪੁਰਖਾਂ ਦੇ ਸਮਾਜ ਵਿੱਚ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਸੁਨ ਪੈਂਦੇ ਖਾਂ ਬਹੁਰ ਉਚਾਰੈ। ਫਿਰ ਪੈਂਦੇ ਖਾਂ ਮਹਾਰਾਜ ਕੋਲੋਂ ਸੁਣ ਕੇ ਤਾਂ ਕਹਿੰਦਾ ਹੈ, ਹਿਤ ਕਰ ਆਪ ਮੋਹਿ ਪ੍ਰਤਪਾਰੈ। ਮਹਾਰਾਜ ਅਸਲੀਅਤ ਤਾਂ ਇਹ ਹੈ ਬਈ ਬੜੇ ਹਿੱਤ ਨਾਲ, ਪਿਆਰ ਨਾਲ ਤੁਸੀਂ ਮੈਨੂੰ ਪਾਲਦੇ ਪਏ, ਤੁਸੀਂ ਮੈਨੂੰ ਲਾਡਲਾ ਰੱਖਿਆ ਹੋਇਆ ਹੈ। ਪਰ ਹੈ ਜੰਗ ਤਬ ਦੇਖੋ ਹਾਥ। ਮਹਾਰਾਜ ਇਸ ਤਰ੍ਹਾਂ ਤਾਂ ਕੋਈ ਗੱਲ ਨਹੀਂ, ਤੁਸੀਂ ਇੱਕ ਹੱਥ ਨਾਲ ਹੀ ਮੇਰੇ ਵਰਗੇ ਸੂਰਮੇ ਨੂੰ ਦਬਾ ਲੈਂਦੇ, ਪਰ ਜੇ ਕਿਤੇ ਜੰਗ ਦਾ ਸਮਾਂ ਬਣੇ ਨਾ, ਦੁਸ਼ਮਣ ਚੜ੍ਹ ਕੇ ਆਵੇ ਤੇ ਫਿਰ ਮੈਨੂੰ ਹੱਥ ਦਿਖਾਉਣ ਦਾ ਮੌਕਾ ਬਣ ਜਾਏ, ਉਸ ਵੇਲੇ ਤੁਸੀਂ ਮੇਰੇ ਹੱਥ ਦੇਖਣੇ। ਕਹਾਂ ਕਰੋ ਪਾਕਰਮ ਵੱਡ ਸਾਥ। ਕਿਸ ਤਰ੍ਹਾਂ ਮੈਂ ਪਰਾਕਰਮ ਸੂਰਬੀਰਤਾ ਦਿਖਾਵਾਂਗਾ ਉਹਨਾਂ ਵੱਡੇ ਵੱਡੇ ਸੂਰਮਿਆਂ ਦੇ ਨਾਲ ਜੋ ਚੜ੍ਹ ਕੇ ਆਵਣ। ਰਿਪਲਸ ਕਰ ਸਲਤਾ ਪਤ ਪਾਰੋ। ਮਹਾਰਾਜ ਮੈਂ ਤਾਂ ਇਹ ਕਹਿੰਦਾ ਬਈ ਸੈਨਾਵਾਂ ਦੁਸ਼ਮਣ ਦੀਆਂ ਦਾ ਸਮੁੰਦਰ ਹੋਵੇ, ਬਹੁਤ ਵੱਡੀਆਂ ਸੈਨਾਵਾਂ ਦੀ ਗਿਣਤੀ ਹੋਵੇ। ਗਿਰ ਮੰਦਰ ਸੰਬਰੋ ਮਝਾਰੋ। ਮੈਂ ਉਸ ਵਿੱਚ ਮੰਦਰਾਚਲ ਪਰਬਤ ਵਾਂਗੂ ਵੜ ਜਾਵਾਂਗਾ। ਮੰਦਰਾਚਲ ਪਰਬਤ ਉਹ ਹੈ ਜਿਹੜਾ ਦੇਵਤਿਆਂ ਨੇ ਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਮੰਥਨ ਕੀਤਾ ਸੀ ਤੇ ਉਸ ਨੂੰ ਸ਼ੇਸ਼ ਨਾਗ ਦਾ ਨੇਤਰਾ ਪਾਇਆ ਸੀ, 14 ਰਤਨ ਨਿਕਲੇ ਸਨ। ਕਹਿੰਦਾ ਇਸ ਤਰ੍ਹਾਂ ਮੈਂ ਮੰਦਰਾਚਲ ਪਰਬਤ ਦੀ ਤਰ੍ਹਾਂ ਉਹ ਦੁਸ਼ਮਣ ਸੈਨਾ ਦੇ ਸਮੁੰਦਰ ਨੂੰ ਰਿੜਕਣ ਵਾਸਤੇ ਉਹਨਾਂ ਦੇ ਵਿੱਚ ਜਾ ਵੜਾਂਗਾ ਬਿਨਾਂ ਕਿਸੇ ਹਥਿਆਰ ਤੋਂ। ਬਾਹੋ ਸ੍ਰਿੰਗ ਤੇ ਮਥ ਕਰ ਡਾਰੋ। ਬਸ ਮਹਾਰਾਜ ਮੈਂ ਬਾਹਾਂ ਦੇ ਬਲ ਨਾਲ ਹੀ ਉਹਨਾਂ ਸਾਰਿਆਂ ਨੂੰ ਮਸਲ ਦੇਵਾਂ। ਭਾਵੇਂ ਸੈਨਾ ਦਾ ਸਮੁੰਦਰ ਹੋਵੇ, ਬਹੁਤ ਵੱਡੀ ਸੈਨਾ ਹੋਵੇ, ਤੇ ਮੈਂ ਬਾਹੂ ਬਲ ਨਾਲ ਹੀ ਉਹਨਾਂ ਨੂੰ ਚਕਨਾ ਚੂਰ ਕਰ ਦੇਵਾਂਗਾ, ਨੇਸਤੋ ਨਬੂਦ ਕਰ ਦੇਵਾਂਗਾ। ਰੁੰਡ ਮੁੰਡ ਰਣ ਖੇਤ ਬਿਥਾਰੋ। ਉਹਨਾਂ ਦੇ ਸਿਰ ਹੱਥਾਂ ਨਾਲ ਹੀ ਮਰੋੜ ਮਰੋੜ ਕੇ, ਰੁੰਡ ਮੁੰਡ ਕਰਕੇ ਤੇ ਮੈਦਾਨੇ ਜੰਗ ਵਿੱਚ ਖਿਲਾਰ ਦੇਵਾਂਗਾ। ਸੁਨ ਗੁਰ ਕਹਿ ਆਏ ਅਸ ਕਾਲ। ਮਹਾਰਾਜ ਹੱਸ ਕੇ ਕਹਿੰਦੇ ਨੇ, ਪੈਂਦੇ ਖਾਨ ਕੋਈ ਨਹੀਂ, ਜਦੋਂ ਇਹ ਸਮਾਂ ਆਵੇਗਾ ਇਸ ਤਰ੍ਹਾਂ ਦਾ, ਜਿਮ ਚਾਹਤ ਚਿਤ ਕਰਿਓ ਵਿਸਾਲ। ਜਿਵੇਂ ਤੇਰਾ ਮਨ ਕਰੇ ਤੂੰ ਕਰ ਲਈ, ਅਸੀਂ ਤੈਨੂੰ ਕਦੋਂ ਮਨਾ ਕੀਤਾ ਹੈ। ਬਹੁਤ ਵਾਰਤਾ ਪੈਂਦੇ ਸਾਥ। ਇਸ ਤਰ੍ਹਾਂ ਦੀ ਬਹੁਤ ਸਾਰੀ ਵਾਰਤਾਲਾਪ ਪੈਂਦੇ ਖਾਨ ਦੇ ਨਾਲ। ਸਗਰੇ ਦਿਨ ਰਹਿ ਕਰਤੇ ਨਾਥ। ਹਰ ਰੋਜ਼ ਹੀ ਇਸ ਤਰ੍ਹਾਂ ਸਾਰਾ ਦਿਨ ਗੱਲਬਾਤ ਚੱਲਦੀ ਰਹਿੰਦੀ। ਉਹ ਆਪਣੇ ਬਲ ਦੀ ਆਪ ਵੀ ਤਾਰੀਫ ਕਰਦਾ,
ਸੂਰਮੇ ਦੀ ਸਭ ਤੋਂ ਵੱਡੀ ਮੂਰਖਤਾ ਹੁੰਦੀ ਆਪਣੇ ਬਲ ਦੀ ਆਪ ਤਾਰੀਫ ਕਰਨੀ, ਆਪਣੇ ਗਿਆਨ ਦੀ, ਸਮਰੱਥਾ ਦੀ, ਸਮਝ ਦੀ, ਪਦਵੀ ਦੀ ਆਪ ਤਾਰੀਫ ਨਹੀਂ ਕਰਨੀ ਚਾਹੀਦੀ। ਚਲੋ ਕੋਈ ਦੂਜਾ ਵੀ ਜੇ ਕਰ ਦੇਵੇ ਤੇ ਨਿਮਰਤਾ 'ਚ ਆ ਜਾਏ ਤੇ ਹੱਥ ਜੋੜ ਕੇ ਆਖੇ ਵੀ ਸਭ ਪਰਮਾਤਮਾ ਦਾ ਦਿੱਤਾ ਹੋਇਆ, ਮੈਂ ਤਾਂ ਕੁਛ ਵੀ ਨਹੀਂ। ਔਰ ਇਸ ਤਰ੍ਹਾਂ ਨਿਰਾ ਆਖੇ ਹੀ ਨਾ, ਆਪਣੇ ਆਪ ਨੂੰ ਇਸ ਤਰ੍ਹਾਂ ਸਮਝੇ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਫਿਰ ਸਾਹਿਬ ਜੀ ਦੇ ਬਚਨ ਨੇ, ਬ੍ਰਹਮ ਗਿਆਨੀ ਹੈ ਸਭ ਤੇ ਉੱਚਾ, ਪਰ ਮਨ ਆਪਣੇ ਹੈ ਸਭ ਤੇ ਨੀਚਾ। ਆਪਸ ਕੋ ਕਰ ਕਸ ਨਾ ਜਨਾਵੇ। ਇਹ ਆਤਮਕ ਸੂਰਮਿਆਂ ਦਾ ਵੀ ਸੁਭਾਅ ਹੁੰਦਾ ਹੈ, ਉਹ ਸਾਰਿਆਂ ਦੀ ਚਰਨ ਧੂੜ ਆਪਣੇ ਆਪ ਨੂੰ ਸਮਝਦੇ। ਤੇ ਵੱਡੇ ਸੂਰਬੀਰਾਂ ਦਾ ਵੀ ਸੁਭਾਅ ਹੁੰਦਾ, ਨਿਮਰਤਾ ਬਹਾਦੁਰਾਂ ਦਾ ਗਹਿਣਾ ਹੁੰਦਾ। ਪਰ ਇਹਦੇ ਕੋਲ ਨਿਮਰਤਾ ਨਹੀਂ, ਮਹਾਰਾਜ ਸਗੋਂ ਇਹਨੂੰ ਵਡਿਆਉਂਦੇ ਨੇ। ਤੇ ਚਾਹੀਦਾ ਤੇ ਝੁਕ ਜਾਏ, ਨਿਰਮਾਣ ਹੋ ਜਾਏ, ਪਰ ਇਹ ਆਪਣੀ ਵਡਿਆਈ ਆਪ ਵੀ ਕਰਦਾ ਹੈ। ਨਿਤ ਪ੍ਰਤ ਧਨ ਅਨਗਨ ਕੋ ਦੇਤ। ਮਹਾਰਾਜ ਸੱਚੇ ਪਾਤਸ਼ਾਹ ਬਿਨਾਂ ਗਿਣਿਆ ਹੋਇਆ ਹੀ ਇਹਨੂੰ ਮੋਹਰਾਂ ਦੇ ਦਿੰਦੇ, ਲੈ ਬਦਾਮ ਲਿਆ, ਘਿਓ ਲਿਆ, ਇਹ ਚੀਜ਼ਾਂ ਲਿਆ। ਤੇ ਸਾਖਤ ਆਪਣੇ ਅੰਦਰ ਤਾਕਤ ਪੈਦਾ ਕਰ। ਬਸਨ ਵਿਭੂਖਨ ਗੁਰ ਤੇ ਲੇਤ। ਸੋਹਣੇ ਸੋਹਣੇ ਬਸਤਰ ਤੇ ਗਹਿਣੇ ਮਹਾਰਾਜ ਜੀਆਂ ਕੋਲੋਂ ਲੈਂਦਾ ਹੈ ਰੋਜ਼। ਹੈ ਆਛੋ ਪਿਖ ਚੜ੍ਹੇ ਤਬੇਲੇ। ਤੇ ਮਹਾਰਾਜ ਵੀ ਕੁਝ ਨਹੀਂ ਕਹਿੰਦੇ, ਤਵੇਲੇ ਵਿੱਚ ਜਿਹੜਾ ਸਭ ਤੋਂ ਵਧੀਆ ਘੋੜਾ ਹੋਵੇ ਉਹ ਖੋਲ ਲੈਂਦਾ ਤੇ ਉਸ ਤੇ ਸਵਾਰ ਹੁੰਦਾ ਹੈ। ਜੀਨ ਜਰਾਉ ਉਪਰ ਮੇਲੇ। ਤੇ ਤਮਾਮ ਕੀਮਤੀ ਜਵਾਹਰਾਤਾਂ ਆਦਿਕ ਨਾਲ ਜੜੀਆਂ ਹੋਈਆਂ ਜਿਹੜੀਆਂ ਸੋਨੇ ਦੀਆਂ ਕਾਠੀਆਂ ਨੇ, ਉਹ ਪਾ ਕੇ ਤੇ ਵਧੀਆ ਤੋਂ ਵਧੀਆ ਘੋੜੇ ਦੀ ਸਵਾਰੀ ਕਰਦਾ ਹੈ। ਆਛੋ ਸ਼ਸਤਰ ਗੁਰੂ ਤੇ ਲਿਆ ਹੈ। ਤੇ ਵਧੀਆ ਵਧੀਆ ਸ਼ਸਤਰ ਜਿਹੜੇ ਮਹਾਰਾਜ ਜੀ ਦੇ ਚਰਨਾਂ 'ਚ ਸੰਗਤਾਂ ਭੇਟ ਕਰਦੀਆਂ ਨੇ, ਉਹ ਬਹੁਤੀ ਵਾਰੀ ਮਹਾਰਾਜ ਇਹਨੂੰ ਦੇ ਦਿੰਦੇ ਨੇ ਵੀ ਇਹ ਲੈ ਬੜਾ ਵਧੀਆ ਨੇਜਾ ਆਇਆ, ਬੜਾ ਵਧੀਆ ਖੰਡਾ ਆਇਆ, ਬੜੀ ਵਧੀਆ ਬੰਦੂਕ ਆਈ ਹੈ, ਇਹ ਕਮਾਨ ਭਾਰੀ ਆਇਆ ਹੈ, ਇਹ ਤੂੰ ਲੈ ਲੈ। ਮਹਾਰਾਜ ਇਹਨੂੰ ਦੇ ਦਿੰਦੇ ਹਨ। ਆਪਣੇ ਅੰਗ ਸਜਾਵਨ ਕਹਿ ਹੈ। ਇਹ ਮਹਾਰਾਜ ਜੀ ਵੱਲੋਂ ਮਿਲੇ ਹੋਏ ਸ਼ਸਤਰਾਂ ਨੂੰ ਆਪਣੇ ਸਮਝ ਲੈ ਤੇ ਆਪਣੇ ਸਰੀਰ ਤੇ ਧਾਰਨ ਕਰਦਾ ਹੈ। ਜਿਨ ਬਸ ਤਨ ਕੋ ਮੋਲ ਵਿਸ਼ੇਸ਼। ਐਸੀਆਂ ਕੀਮਤੀ ਵਸਤੂਆਂ ਨੇ ਜਿਨ੍ਹਾਂ ਦਾ ਮੁੱਲ ਬਹੁਤ ਜ਼ਿਆਦਾ, ਹੀਰੇ ਜਵਾਹਰਾਤ ਜੜੇ ਹੋਏ ਖੰਡੇ, ਸ੍ਰੀ ਸਾਹਿਬ ਤੇ ਹੋਰ ਢਾਲਾਂ ਆਦਿਕ। ਆਨੈ ਸੰਗਤ ਦੇਸ ਵਿਦੇਸ਼। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਉਹ ਬੇਸ਼ਕੀਮਤੀ ਵਸਤੂਆਂ ਲੈ ਕੇ ਆਉਂਦੀਆਂ। ਮੈਂ ਅਰਜ਼ ਕਰਾਂ, ਸਿੱਖ ਦੇ ਕੋਲ ਹਿਰਦਾ ਗੁਰੂ ਦਾ ਬਖਸ਼ਿਆ ਹੋਇਆ ਐਸਾ ਹੈ, ਉਹ ਗੁਰੂ ਵਾਸਤੇ ਸਭ ਤੋਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲਿਆਉਂਦਾ। ਜਿਤਨੀ ਉਹਦੀ ਸਮਰੱਥਾ ਹੈ ਨਾ, ਘੱਟ ਨਹੀਂ ਕਰਦਾ। ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ, ਉਹ ਬਾਜ਼ਾਰ ਵਿੱਚ ਕੋਈ ਸਾਜੋ ਸਮਾਨ ਖਰੀਦਦਾ ਨਾ, ਸਭ ਤੋਂ ਪਹਿਲੇ ਗੁਰੂ ਮਹਾਰਾਜ ਵਾਸਤੇ। ਮੈਂ ਬੜੇ ਪਰਿਵਾਰਾਂ ਨੂੰ ਦੇਖਿਆ, ਬੱਚੇ ਦਾ ਵਿਆਹ ਹੈ ਤੇ ਨਾਲ ਸਮਾਨ ਕੱਪੜੇ ਖਰੀਦਣ ਚੱਲੇ ਨੇ, ਤੇ ਸਭ ਤੋਂ ਪਹਿਲੇ ਬਜਾਜ ਨੂੰ, ਕੱਪੜੇ ਵਾਲੇ ਨੂੰ ਪੁੱਛਣਗੇ ਬਈ ਤੇਰੇ ਕੋਲ ਜੇ ਮਹਾਰਾਜ ਜੀ ਦਾ ਰੁਮਾਲਾ ਹੈ ਤੇ ਸਭ ਤੋਂ ਪਹਿਲੇ ਉਹ ਖਰੀਦਣਾ। ਐਸੀ ਭਾਵਨਾ ਹੁੰਦੀ। ਬੱਚੇ ਬੱਚੀ ਵਾਲੇ ਕੱਪੜੇ ਖਰੀਦਣ ਜਾਣਗੇ ਮਹਾਰਾਜ ਵਾਸਤੇ ਪਹਿਲੇ। ਹੋਰ ਸਮਰੱਥਾ ਹੈ, ਸੋਨਾ ਚਾਂਦੀ ਖਰੀਦਣਾ ਹੈ ਤੇ ਮਹਾਰਾਜ ਵਾਸਤੇ ਪਹਿਲੇ ਖਰੀਦ ਲੈਣਗੇ ਵੀ ਇਹ ਮਹਾਰਾਜ ਨੂੰ ਭੇਟ ਕਰਨਾ। ਜੋਬ ਲੱਗੀ ਹੈ ਕਿਧਰੇ, ਨੌਕਰੀ ਪੇਸ਼ਾ ਵਾਲਾ ਨੌਕਰੀ ਲੱਗੀ ਹੈ ਤੇ ਕਹਿੰਦੇ ਸਭ ਤੋਂ ਪਹਿਲੀ ਤਨਖਾਹ ਮਹਾਰਾਜ ਨੂੰ ਭੇਟ ਕਰਨੀ। ਮੈਨੂੰ ਬਥੇਰੇ ਫੋਨ ਆਉਂਦੇ ਨੇ ਬੱਚੇ ਬੱਚੀਆਂ ਦੇ ਵੀ ਸਾਡੀ ਮਹਾਰਾਜ ਨੇ ਨੌਕਰੀ ਲਗਵਾਈ ਹੈ ਤੇ ਅਸੀਂ ਪਹਿਲੀ ਤਨਖਾਹ ਤਖਤ ਪਟਨਾ ਸਾਹਿਬ ਭੇਜ ਰਹੇ। ਉਹਨਾਂ ਦੀ ਭਾਵਨਾ ਹੁੰਦੀ ਹੈ ਵੀ ਮਹਾਰਾਜ ਵਾਸਤੇ ਖਰੀਦਣਾ। ਬਰਤਨ ਹੀ ਖਰੀਦਣੇ ਨੇ ਤੇ ਇੱਕ ਬਰਤਨ ਗੁਰਦੁਆਰੇ ਲਈ ਖਰੀਦ ਲੈਣਾ। ਬਹੁਤ ਸਾਰੇ ਲੋਕ ਨੇ ਜੋ ਇਸ ਤਰ੍ਹਾਂ ਕਰਦੇ ਨੇ, ਕੋਈ ਥਾਲ, ਕੋਈ ਗਿਲਾਸ, ਜਿੰਨੀ ਸਮਰੱਥਾ ਹੈ
ਪਹਿਲਾਂ ਮਹਾਰਾਜ ਵਾਸਤੇ, ਫਿਰ ਆਪਣੇ ਵਾਸਤੇ। ਜਿਹੜੇ ਬਾਣੀ ਪੜ੍ਹਨ ਦੇ ਪ੍ਰੇਮੀ ਨੇ, ਮਕਾਨ ਬਣਾਉਣ ਲੱਗਦੇ ਨੇ ਤੇ ਨਕਸ਼ਾ ਨਵੀਸ ਨੂੰ ਕਹਿਣਗੇ, ਨਕਸ਼ਾ ਲਿਖਣ ਵਾਲੇ ਨੂੰ, ਨਕਸ਼ਾ ਬਣਾਉਣ ਵਾਲੇ ਨੂੰ, ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਸਭ ਤੋਂ ਵੱਡਾ ਰੱਖਣਾ, ਰੱਖਦੇ। ਮੈਂ ਇੱਕ ਸੱਜਣ ਨੂੰ ਦੇਖਿਆ, ਉਹ ਮੇਰੇ ਨਾਲ ਸੀ ਤੇ ਇੱਕ ਹਾਰਡਵੇਅਰ ਸਟੋਰ ਤੇ ਰੁਕਿਆ ਤੇ ਇਸ ਤਰ੍ਹਾਂ ਕਿਉ ਜਿਵੇਂ ਹੁੰਦਾ ਨਾ, ਉਹ ਕੁਐਸਚਨ ਮਾਰਕ, ਇਸ ਤਰ੍ਹਾਂ ਦੀਆਂ ਉਹਨੇ ਹੁੱਕਾਂ ਲਈਆਂ, ਕਿੱਲ ਲਏ। ਤੇ ਮੈਂ ਕਿਹਾ ਇਹ ਕੀ ਕਰਨੇ ਨੇ? ਮੈਨੂੰ ਕਹਿਣ ਲੱਗਾ, ਦਰਅਸਲ ਮਕਾਨ ਬਣਿਆ ਤੇ ਮੈਂ ਪਹਿਲੇ ਲਵਾਉਣਾ ਭੁੱਲ ਗਿਆ, ਹੁਣ ਮਿਸਤਰੀਆਂ ਨੂੰ ਕਹਿ ਕੇ ਚੰਦੋਆ ਬੰਨਣ ਵਾਸਤੇ ਲਗਾਉਣੇ ਨੇ, ਚੰਦੋਏ ਵਾਸਤੇ ਉਹ ਲਗਾਉਣੇ। ਤੇ ਮੈਂ ਕਿਹਾ ਤੇਰੀ ਭਾਵਨਾ ਨੂੰ ਗੁਰੂ ਭਾਗ ਲਾਏ। ਜਿਸ ਘਰ ਵਿੱਚ ਗੁਰੂ ਦੇ ਚੰਦੋਏ ਬਾਰੇ ਸੋਚਿਆ ਜਾਂਦਾ ਹੈ ਨਾ, ਗੁਰੂ ਉਸ ਦੀਆਂ ਵੀ ਮਹਿਮਾ ਵਡਿਆਈਆਂ ਨੂੰ ਦੁਨੀਆ ਭਰ ਵਿੱਚ ਵਧਾ ਦਿੰਦਾ। ਤੇ ਕਰਨਾ ਤੇ ਆਪਣੀ ਵਿੱਤ ਮੁਤਾਬਕ ਕਰਨਾ, ਫਿਰ ਗੁਰੂ ਨੇ ਹੋਰ ਵਧਾ ਦੇਣਾ। ਤੋਟ ਨਾ ਆਵੇ ਵੱਧ ਹੋ ਜਾਈ, ਐਸੀ ਬਰਕਤ ਬਣ ਜਾਂਦੀ। ਇਸ ਤਰ੍ਹਾਂ ਜਿਹੜੇ ਸਿੱਖ ਬੇਸ਼ਕੀਮਤੀ ਸ਼ਸਤਰ, ਮੈਂ ਬਾਰ-ਬਾਰ ਸੰਗਤ ਨੂੰ ਸੁਣਾਉਂਦਾ ਰਹਿਣਾ। ਇੱਕ ਸੱਜਣ ਕਰਤਾਰਪੁਰ ਤੋਂ ਡਾਕਟਰ ਨੇ, ਉਹ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਸਤੇ 1 ਕਰੋੜ ਤੇ 30 ਲੱਖ ਦੀ ਕਲਗੀ ਲੈ ਕੇ ਆਏ, ਭੇਟਾ ਕਰਕੇ ਗਏ। ਭਾਈ ਜੈਮਲ ਸਿੰਘ ਜੀ ਦਾ ਪਰਿਵਾਰ ਹੈਗਾ ਬੰਬੇ, ਹਰ ਸਾਲ ਸੁੱਚੇ ਮੋਤੀਆਂ ਦੀਆਂ ਮਾਲਾ, ਫਿਰ ਕਲਗੀਆਂ, ਫਿਰ ਮਹਾਰਾਜ ਜੀ ਦੇ ਹੋਰ ਇਸ ਤਰ੍ਹਾਂ ਦੇ ਆ ਜਿਹੜੀਆਂ ਕਲਗੀਆਂ ਲੱਗੀਆਂ ਹੋਈਆਂ, ਸਭ ਉਹ ਪਰਿਵਾਰ ਭੇਟਾ ਕਰਕੇ ਗਿਆ। ਹਰ ਸਾਲ ਜਦ ਆਉਂਦੇ ਨੇ, ਬਾਜ਼ਾਰ ਜਾਂਦੇ ਨੇ ਤੇ ਵਧੀਆ ਤੋਂ ਵਧੀਆ ਕਲਗੀ ਲਗਾਉਂਦੇ। ਮਹਾਰਾਜ ਜੀ ਦੇ ਖੜਾਵਾਂ ਦੀ ਸੇਵਾ ਕੋਈ ਕਰ ਰਿਹਾ, ਕੋਈ ਇਸ ਢੰਗ ਨਾਲ ਕਰ ਰਿਹਾ, ਕੋਈ ਇਮਾਰਤਾਂ ਦੀ ਕਰ ਰਿਹਾ। ਸੋਹਣੇ ਸੋਹਣੇ ਬਸਤਰ, ਸੋਹਣੇ ਸੋਹਣੇ ਸ਼ਸਤਰ ਜੋ ਆਉਂਦੇ ਨੇ ਵਿਸ਼ੇਸ਼ ਮੁੱਲ ਦੇ, ਦੇਸ਼ਾਂ ਵਿਦੇਸ਼ਾਂ ਤੋਂ ਮਹਾਰਾਜ ਇਹਨੂੰ ਕਈ ਵਾਰੀ ਦੇ ਦਿੰਦੇ ਹਨ। ਲੈ ਕਰ ਗੁਰ ਤਿਸ ਕੋ ਤਬ ਦੇਤ, ਮਹਾਰਾਜ ਇਸ ਨੂੰ ਦੇ ਦਿੰਦੇ ਨੇ ਵੀ ਲੈ ਤੂੰ ਇਹ ਪਹਿਨ, ਤੈਨੂੰ ਚੰਗਾ ਲੱਗੇਗਾ। ਦੇਤ ਜੇ ਨਹੀਂ ਮੰਗ ਸੋ ਲੇਤ, ਤੇ ਜੇ ਹਫਤਾ ਜਾਂ 10 ਦਿਨ ਮਹਾਰਾਜ ਕੋਈ ਚੀਜ਼ ਨਹੀਂ ਦਿੰਦੇ ਤੇ ਆਪ ਹੀ ਮੰਗ ਲੈਂਦਾ। ਮਹਾਰਾਜ 10 ਦਿਨ ਹੋ ਗਏ ਤੁਸੀਂ ਨਵਾਂ ਕੋਈ ਸ਼ਸਤਰ ਮੈਨੂੰ ਨਹੀਂ ਦਿੱਤਾ, ਕੋਈ ਨਵਾਂ ਗਹਿਣਾ ਨਹੀਂ ਦਿੱਤਾ, ਕੋਈ ਨਵੇਂ ਬਸਤਰ ਨਹੀਂ ਦਿੱਤੇ, ਕੋਈ ਨਵੀਂ ਢਾਲ ਨਹੀਂ ਦਿੱਤੀ। ਮਹਾਰਾਜ ਕਿਰਪਾ ਕਰੋ ਹੁਣ ਮੈਨੂੰ ਦੇਵੋ। ਆਪ ਮੰਗ ਲੈਂਦਾ ਹੈ। ਭਿਖ ਸਿੱਖ ਮਨ ਖੁਨ ਸਹਿਗਨ ਕਨੇ, ਕੁਝ ਸਿੱਖ ਸੈਨਿਕ ਨੇ ਉਹ ਮਨ ਵਿੱਚ ਔਖੇ ਵੀ ਹੁੰਦੇ ਨੇ ਬਈ ਇਹ ਸਭ ਕੁਝ ਲੈ ਜਾਂਦਾ ਹੈ। ਹਾਂਜੀ, ਗੁਰ ਤੇ ਡਰਤ ਨ ਮੁਖ ਤੇ ਭਨੇ, ਸਤਿਗੁਰੂ ਜੀ ਦਾ ਭੈ ਹੈ, ਅਦਬ ਹੈ ਤੇ ਮੋਹ ਕੁਝ ਨਹੀਂ ਕਹਿੰਦੇ। ਮਹਾਰਾਜ ਸਿੱਖ ਸਿਪਾਹੀਆਂ ਨੂੰ ਵੀ ਦਿੰਦੇ ਨੇ, ਪਰ ਬਹੁਤਾ ਸਾਜੋ ਸਮਾਨ ਇਹ ਮੰਗ ਕੇ ਵੀ ਲੈ ਲੈਂਦਾ। ਗੁਰ ਪਹਿਰੈ ਗੁਰ ਕਾਰਜ ਲਾਗੈ, ਫਿਰ ਮਨ ਵਿੱਚ ਇਹ ਵੀ ਸੋਚਦੇ ਨੇ ਵੀ ਸੰਗਤਾਂ ਮਹਾਰਾਜ ਜੀ ਦੇ ਪਹਿਰਨ ਵਾਸਤੇ ਲਿਆਉਂਦੀਆਂ ਨੇ, ਤੇ ਜੇ ਸੱਚੇ ਪਾਤਸ਼ਾਹ ਆਪ ਪਹਿਨ ਲੈਣ ਤੇ ਗੁਰੂ ਕੇ ਕੰਮ ਆ ਜਾਵੇ ਤੇ ਸੰਗਤਾਂ ਦੀ ਭੇਟਾ ਜਿਹੜੀ ਹੈ ਉਹ ਸਫਲ ਹੋ ਜਾਏ। ਇਸ ਢੰਗ ਦੇ ਨਾਲ ਜਾਂ ਤੇ ਅਰਪ ਕਰੈ ਗੁਰ ਆਗੈ, ਇਸ ਭਾਵਨਾ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ਸਤਰ, ਬਸਤਰ, ਘੋੜੇ, ਧਨ ਆਦਿਕ, ਗਹਿਣੇ ਆਦਿਕ ਭੇਟਾ ਕਰਦੇ ਹਨ। ਜਬ ਪੈਂਦਾ ਲੈ ਧਾਰਹਿ ਅੰਗ, ਜਦੋਂ ਪੈਂਦੇ ਖਾਨ ਮਹਾਰਾਜ ਜੀ ਕੋਲੋਂ ਸ਼ਸਤਰ ਲੈ ਕੇ, ਬਸਤਰ ਲੈ ਕੇ ਪਾ ਲੈਂਦਾ ਹੈ। ਦੇਖਤ ਸਿੱਖ ਗਨ ਹੋਇ ਮਨ ਭੰਗ, ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਮਨ ਵਿੱਚ ਸੋਚਦੇ ਨੇ ਵੀ ਇਹ ਮਹਾਰਾਜ ਨੇ ਸਾਰਾ ਕੁਝ ਇਹਨੂੰ ਦੇਈ ਜਾਂਦੇ ਹਨ। ਤਿਸੀ ਖਿਆਲ ਮਹਿ ਪਰਚੇ ਰਹਿ, ਔਰ ਬਹੁਤੀ ਵਾਰੀ ਉਹੀ ਖਿਆਲ ਉਹਨਾਂ ਦੇ ਮਨ ਵਿੱਚ ਆ ਜਾਂਦਾ ਵੀ ਚੰਗਾ ਘੋੜਾ ਵੀ ਇਹ ਲੈ ਜਾਂਦਾ, ਸ਼ਸਤਰ ਵੀ ਇਹ ਲੈ ਜਾਂਦਾ, ਬਸਤਰ ਵੀ ਇਹ ਲੈ ਜਾਂਦਾ, ਗਹਿਣੇ ਵੀ ਲੈ ਜਾਂਦਾ। ਸਿੱਖਿਆਨ ਕੀ ਦਿਸ ਕਬਹੂ ਨ ਲਹੈ, ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦਾ ਇੰਨਾ ਖਿਆਲ ਨਹੀਂ ਰੱਖਦੇ ਜਿੰਨਾ ਇਹਦਾ ਰੱਖਦੇ। ਇਸ ਤਰ੍ਹਾਂ ਆਪਸ ਵਿੱਚ ਕਹਿੰਦੇ ਨੇ, ਭਾਵੇਂ ਮਹਾਰਾਜ ਖਿਆਲ ਸਾਰਿਆਂ ਦਾ ਹੀ ਰੱਖਦੇ,
ਇਹ ਕੋਈ ਕੌਤਕ ਚੱਲ ਰਿਹਾ ਹੈ। ਹਾਂਜੀ। ਸੰਗਤ ਪਿਖ ਸੁਭਾਉ ਗੁਰ ਕੇਰਾ। ਤੇ ਛੇਵੇਂ ਪਾਤਸ਼ਾਹ ਜੀ ਦਾ ਸੂਰਮ ਗਤੀ ਵਾਲਾ ਸੁਭਾਅ ਦੇਖ ਕਰਕੇ ਕੁਝ ਸੰਗਤਾਂ ਕਰਹਿ ਵਿਚਾਰ ਉਚਾਰ ਕੁਫੇਰਾ। ਇਸ ਤਰ੍ਹਾਂ ਦੇ ਨਾਲ ਕੁਝ ਮਾੜਾ ਵੀ ਕਹਿੰਦੇ ਨੇ ਵੀ ਮਹਾਰਾਜ ਇਹ ਕੀ ਕਰਦੇ, ਇਹਨੂੰ ਸਾਜੋ ਸਮਾਨ ਦਿੰਦੇ ਨੇ। ਮੈਂ ਅਰਜ਼ ਕਰਾਂ ਸਤਿਪੁਰਖਾਂ ਦੇ ਕੌਤਕ ਹੁੰਦੇ ਨੇ, ਸਾਨੂੰ ਨਹੀਂ ਪਤਾ ਚੱਲਦਾ। ਇਸ ਲਈ ਜੇ ਜ਼ਿਆਦਾ ਨਹੀਂ ਤੇ ਬੰਦਾ ਮਾੜਾ ਤੇ ਨਾ ਆਖੇ, ਜੇ ਨਹੀਂ ਸਮਝ ਤੇ ਇਹ ਗੱਲ ਆਖੇ ਵੀ ਮੈਨੂੰ ਕੀ ਸਮਝ ਹੈ, ਮੈਂ ਕੀ ਜਾਣਦਾ। ਮੈਂ ਜਦ ਸਵੇਰੇ ਮਹਾਰਾਜ ਜੀ ਦੇ ਕਿਵਾੜ ਆ ਕੇ ਖੋਲ੍ਹਣ ਦਾ ਮਹਾਰਾਜ ਸੁਭਾਗ ਬਖਸ਼ਦੇ ਨੇ ਨਾ, ਤੇ ਮੈਂ ਅਰਦਾਸ ਕਰਕੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਤੇਰੀ ਮਿਹਰ ਨਾਲ ਤੇਰੇ ਬਲ ਸਦਕਾ ਹਾਜ਼ਰ ਹੋਏ ਆ। ਅਸਲੀਅਤ ਇਹ ਹੈ ਸਾਨੂੰ ਮੱਥਾ ਟੇਕਣਾ ਵੀ ਨਹੀਂ ਆਉਂਦਾ, ਕਿਵੇਂ ਟੇਕੀਦਾ। ਕਥਾ ਕਰਨੀ, ਸੇਵਾ ਕਰਨੀ, ਬਸਤਰ ਬਦਲਨੇ ਮਹਾਰਾਜ ਦੇ। ਜਦ ਸਵੇਰੇ ਸਭ ਤੋਂ ਪਹਿਲਾਂ ਦੁੱਧ ਅਭਿਸ਼ੇਕ ਕਰਦੇ ਆ ਨਾ ਮਹਾਰਾਜ ਜੀ ਦੇ, ਇਸ਼ਨਾਨ ਕਰਾਉਂਦੇ ਆ ਦੁੱਧ ਮਿਲੇ ਜਲ ਨਾਲ, ਤੇ ਸਭ ਤੋਂ ਪਹਿਲਾਂ ਗੜਵਾ ਪਕੜ ਕੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਕਰਦਾ ਤੇ ਉਹਨਾਂ ਦੇ ਚਰਨਾਂ ਤੇ ਜਲ ਪਾਦਾ ਵੀ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਕਿਵੇਂ ਸੇਵਾ ਕਰੀਦੀ, ਇਹ ਤੁਹਾਡੀ ਦਇਆ। ਜੇ ਨਹੀਂ ਪਤਾ ਤਾਂ ਮਨੁੱਖ ਇੰਨਾ ਹੀ ਕਹਿ ਦੇਵੇ ਕਿ ਮਹਾਰਾਜ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ, ਤੇ ਗੁਰੂ ਆਪੇ ਪਤ ਰੱਖ ਲੈਂਦਾ, ਇੱਜ਼ਤ ਰੱਖ ਲੈਂਦਾ, ਮਾਣ ਬਖਸ਼ਦਾ ਹੈ। ਤੇ ਕਈ ਵਾਰੀ ਮੈਂ ਦੇਖਿਆ ਪਹਿਲੀ ਵਾਰੀ ਕਲਗੀ ਲਗਾਈ ਦੀ ਹੈ ਤੇ ਸੋਹਣੀ ਲੱਗ ਜਾਂਦੀ, ਸੱਜ ਜਾਂਦੀ, ਪਰ ਕਈ ਵਾਰੀ ਚਾਰ ਵਾਰੀ ਲਗਾਈ ਦੀ ਹੈ, ਟਿਕਦੀ ਨਹੀਂ। ਫਿਰ ਅਰਦਾਸਾਂ ਕਰੀ ਦੀਆਂ ਨੇ ਮਹਾਰਾਜ ਇਹ ਕਲਗੀ ਟਿਕ ਜਾਵੇ। ਸਤਿਗੁਰੂ ਫਿਰ ਆਪ ਹੀ ਮਿਹਰ ਕਰਦੇ ਨੇ, ਆਪ ਹੀ ਨਿਵਾਜਿਸ਼ ਕਰਦੇ ਨੇ। ਇਹ ਮੈਂ ਗੱਲ ਆਪ ਨੂੰ ਤਾਂ ਸੁਣਾ ਰਿਹਾ ਬਈ ਗੁਰੂ ਦੇ ਚਰਨਾਂ ਵਿੱਚ ਸਿੱਖ ਨਿਮਾਣਾ ਹੋ ਕੇ ਹੀ ਰਵੇ, ਮਾਣ ਨਾ ਕਰੇ। ਸਾਹਿਬ ਬਾਣੀ 'ਚ ਕਹਿੰਦੇ ਨੇ ਮਨ ਤੂੰ ਮਤ ਮਾਣ ਕਰੈ, ਜੇ ਹੋਂ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਚਲੋ ਇੰਨਾ ਬੰਦਾ ਮਾਣ ਵੀ ਕਰ ਲੈ ਵੀ ਮੈਂ ਬਥੇਰਾ ਜਾਣਦਾ, ਮੈਨੂੰ ਬਹੁਤ ਪਤਾ ਹੈ, ਪਰ ਇੰਨਾ ਤਾਂ ਕਹਿਣਾ ਚਾਹੀਦਾ ਗੁਰੂ ਤੇਰੇ ਜਿੰਨਾ ਤੇ ਮੈਨੂੰ ਨਹੀਂ ਪਤਾ, ਤੇਰੇ ਜਿੰਨਾ ਤੇ ਮੈਂ ਨਹੀਂ ਜਾਣਦਾ। ਤੁਸੀਂ ਸਰਬੱਗ ਤੇ ਮੈਂ ਅਲਪੱਗ। ਅਲਪਗਤਾ ਕਰਕੇ ਕਈ ਲੋਕ ਜਿਹੜੇ ਨੇ ਮਾੜਾ ਵੀ ਕਹਿਣ ਲੱਗ ਪਏ। ਹਾਂਜੀ, ਦੇਖੋ ਪੂਰਵ ਗੁਰ ਕੀ ਰੀਤ। ਫਿਰ ਇੱਕ ਦੂਜੇ ਨੂੰ ਕਹਿੰਦੇ ਨੇ ਵੀ ਪਹਿਲੇ 5 ਗੁਰੂ ਸਾਹਿਬਾਨਾਂ ਦੀ ਮਰਿਆਦਾ ਦੇਖੋ। ਮੀਂਡ ਮਿਰਜਾਦ ਕਰੀ ਵਿਪਰੀਤ। ਉਹ ਸਾਰਾ ਦਿਨ ਬਾਣੀ ਨਾਲ ਜੁੜਦੇ, ਬਾਣੀ ਨਾਲ ਜੋੜਦੇ, ਕੀਰਤਨ ਕਰਦੇ, ਕੀਰਤਨ ਸੁਣਦੇ, ਤੇ ਹੋਰ ਸ਼ਿਕਾਰ ਖੇਲਣ ਚਲੇ ਜਾਂਦੇ ਨੇ। ਪੂਰਬਲੀ ਸਾਰੀ ਮਰਿਆਦਾ ਹੀ ਬਦਲ ਦਿੱਤੀ ਹੈ। ਸਤ ਸੰਗਤ ਮਹਿ ਮਨ ਜਿਨ ਥੋਰਾ। ਇਹ ਸਤ ਸੰਗਤ ਵਿੱਚ ਤੇ ਥੋੜਾ ਹੀ ਸਮਾਂ ਬੈਠਦੇ ਹਨ। ਰਾਚੇ ਕਰਮ ਕਰਤ ਜੇ ਘੋਰਾ। ਹੋਰ ਜਿਹੜੇ ਘੋਰ ਕਰਮ ਨੇ ਉਹ ਕਰਦੇ ਨੇ, ਘੋੜ ਦੌੜ ਆਦਿਕ। ਦੁਤੀਏ ਤੁਰ ਕਨ ਘਰ ਮਹਿ ਧਰੀ। ਫਿਰ ਘਰ ਵਿੱਚ ਬੀਬੀ ਕੌਲਾ ਨੂੰ ਵੀ ਰੱਖਿਆ ਹੋਇਆ ਹੈ, ਉਸ ਨੂੰ ਵੀ ਪਨਾਹ ਦਿੱਤੀ ਹੋਈ ਹੈ। ਨਹੀਂ ਗਿਲਾਨ ਤਨਕ ਮਨ ਕਰੇ। ਉਹ ਤੁਰਕ ਜਾਮਾ ਹੈ, ਤੁਰਕ ਪੈਂਦੇ ਖਾਨ ਹੈ, ਮਨ ਵਿੱਚ ਮਾੜੀ ਮੋਟੀ ਵੀ ਗਿਲਾਨੀ ਨਹੀਂ। ਮੈਂ ਅਰਜ਼ ਕਰਾਂ ਇਹਨਾਂ ਦਾ ਕਹਿਣਾ ਹੈ ਪਹਿਲੇ ਗੁਰੂ ਜਾਮਿਆਂ ਨੂੰ ਵੀ ਕੋਈ ਗਿਲਾਨੀ। ਕੀ ਫਰਕ ਹੈ ਕੋਈ ਹਿੰਦੂ ਹੈ ਮੁਸਲਮਾਨ ਹੋਵੇ। ਭਾਈ ਮਰਦਾਨਾ ਮੁਸਲਮਾਨ ਹੀ ਤੇ ਨੇ, ਜਿਨ੍ਹਾਂ ਦੀ ਗੁਰੂ ਨਾਨਕ ਨਾਲ ਸਭ ਤੋਂ ਪਹਿਲੀ ਨੇੜਤਾ ਹੈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਕੋਈ ਹੋਰ ਥੋੜੀ, ਬੇਗਾਨਾ ਥੋੜੀ। ਗੁਰੂ ਨਾਨਕ ਨੇ ਬੇਗਾਨਾ ਮੰਨਿਆ ਨਾ, ਗੁਰੂ ਨਾਨਕ ਨੇ ਬੇਗਾਨਾ ਮੰਨਿਆ, ਤੇ ਨਾ ਭਾਈ ਮਰਦਾਨਾ ਜੀ ਨੇ ਦੂਜੇ ਧਰਮ ਦਾ ਬੇਗਾਨਾ ਮੰਨਿਆ। ਬਲਕਿ 10-10 ਦਿਨ ਲਗਾਤਾਰ ਭੋਜਨ ਵੀ ਨਹੀਂ ਮਿਲਦਾ ਤੇ ਭਾਈ ਮਰਦਾਨਾ ਫਿਰ ਵੀ ਕੀਰਤਨ ਕਰਦਾ। ਕਦੀ ਔਖੇ ਨਹੀਂ ਹੁੰਦੇ ਵੀ ਮਹਾਰਾਜ ਮੈਨੂੰ ਖਾਣ ਨੂੰ ਦਿਓ।
ਕਦੀ ਕਦੀ ਬੇਨਤੀ ਕਰਦੇ ਨੇ, ਮਹਾਰਾਜ ਅਸਾਂ ਕੋ ਡਾਢੀ ਭੁੱਖ ਲੱਗੀ ਆਏ, ਭਲਾ ਅਸਾਂ ਕੋ ਭੋਜਨ ਚਾ ਕਰਾਏ। ਅਹੋ ਵੈ ਬਾਬਾ ਮੈਂ ਕੋ ਡਾਢੀ ਪਿਆਸ ਲੱਗੀ ਆਏ, ਮੈਂ ਕੋ ਪਾਣੀ ਚਾ ਪਿਲਾਏ। ਤੇ ਫਿਰ ਸਾਹਿਬ ਹੱਸ ਕੇ ਕਹਿੰਦੇ ਨੇ, ਚੰਗਾ ਫਿਰ ਜੇ ਬਹੁਤੀ ਪਿਆਸ ਲੱਗੀ ਹੈ ਤੇ ਪਹਾੜੀ ਤੇ ਚੜ ਜਾ ਤੇ ਵਲੀ ਕੰਧਾਰੀ ਕੋਲੋਂ ਪਾਣੀ ਪੀ। ਇੱਥੇ ਪਟਨਾ ਸਾਹਿਬ ਵੀ ਬਹੁਤ ਭੁੱਖ ਦਾ ਇਜ਼ਹਾਰ ਕੀਤਾ ਸਿਪਾਹੀ ਜੀ ਨੇ, ਤੇ ਮਹਾਰਾਜ ਨੇ ਇੱਕ ਲਾਲ ਦਿੱਤਾ, ਆਖਿਆ ਜਾ ਮੁੱਲ ਪਵਾ ਕੇ ਆ ਜਾ। ਮਹਾਰਾਜ ਕਹਿਣ ਲੱਗੇ, ਭਲਾ ਮਰਦਾਨਿਆ ਮੁੱਲ ਪਵਾਏ ਆਵੇਂ। ਉਸਨੇ ਬੇਨਤੀ ਕੀਤੀ, ਮਹਾਰਾਜ ਮੈਂ ਕੋ ਡਾਢੀ ਭੁੱਖ ਲੱਗੀ ਆਏ, ਮੈਂ ਬਸਤੀਏ ਜਾਏ ਵੜਾਂ ਰਜਾਏ ਮੰਗ ਕਰਕੇ ਸਮੂਹ ਪਾਏ ਆਵਾਂ। ਤੇ ਸਾਹਿਬ ਆਖਣ ਲੱਗੇ, ਨਾਏ ਵੈ ਬਾਣੀ ਗਾਵਣ ਹਾਰਿਆ, ਤੈਕੂ ਮੰਗਣੇ ਦੀ ਲੋੜ ਨਹੀਂ, ਜੋ ਕੋਈ ਤੈਕੂ ਦੇਖ ਸੀ ਸੋ ਲਿਆਏ ਸਰਬੰਸ ਭੇਟਾ ਤਰਸ। ਵਡਿਆਈਆਂ ਗੁਰੂ ਨਾਨਕ ਨੇ ਦਿੱਤੀਆਂ ਨੇ, ਮਜ਼ਹਬ ਨਹੀਂ ਦੇਖਿਆ, ਭਾਸ਼ਾ ਨਹੀਂ ਦੇਖੀ। ਇਸ ਤਰ੍ਹਾਂ ਸਤਿਗੁਰੂ ਵਡਿਆਈਆਂ ਦੇ ਰਹੇ। ਹੁਣ ਪੈਂਦਾ ਅਭਿਮਾਨ ਪਿਆ ਕਰੇ ਤੇ ਪਿਆ ਕਰੇ। ਮਹਾਰਾਜ ਤਾਂ ਆਪਣੇ ਸੁਭਾਅ ਮੁਤਾਬਕ ਹੀ ਸਨਮਾਨ ਦੇ ਰਹੇ ਨੇ, ਕੋਈ ਨਿੰਦਾ ਕਰੇ ਤਾਂ ਪਿਆ ਕਰੇ, ਉਹਦੀ ਮਰਜ਼ੀ ਹੈ। ਇਹ ਤਾਂ ਗੁਰੂ ਨਾਨਕ ਦਾ ਸੁਭਾਅ ਹੈ। ਮਜ਼ਹਬ ਮਿਲਤ ਨਹੀਂ ਦੇਖਣੀ, ਭਾਸ਼ਾ ਨਹੀਂ ਦੇਖਣੀ, ਇਲਾਕਾ ਨਹੀਂ ਦੇਖਣਾ, ਲਿੰਗ ਭੇਦ ਨਹੀਂ ਦੇਖਣਾ, ਗੋਰਾ ਕਾਲਾ ਨਹੀਂ ਦੇਖਣਾ, ਹਰ ਇੱਕ ਨੂੰ ਇੱਕੋ ਜਿਹਾ ਸਨਮਾਨ ਦੇਣਾ, ਹਰ ਇੱਕ ਨੂੰ ਇੱਕੋ ਜਿਹੀਆਂ ਬਰਕਤਾਂ ਦੇਣੀ। ਹੁਣ ਤੁਸੀਂ ਦੇਖ ਲਓ, ਕੜਾ ਪ੍ਰਸਾਦ ਵਰਤਦਾ ਹੈ ਤੇ ਦੇਖਿਆ ਜਾਂਦਾ ਵੀ ਬੱਚਾ ਇਹਨੂੰ ਥੋੜ੍ਹਾ ਦੇਣਾ ਹੈ ਤੇ ਵੱਡਾ ਇਹਨੂੰ ਜ਼ਿਆਦਾ ਦੇਣਾ। ਇੱਕੋ ਜਿਹੀ ਦਾਲ ਸਬਜ਼ੀ ਲੰਗਰ ਵਿੱਚ ਬਣਦੀ ਹੈ। ਗੁਰੂ ਨਾਨਕ ਦੇ ਘਰ ਦੀਆਂ ਬਰਕਤਾਂ ਹਨ, ਪਰ ਨਾ ਸਮਝ ਲੋਕ ਕੁਝ ਨਿੰਦਾ ਵੀ ਕਰਦੇ ਨੇ। ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਬਾਕੀ ਵਿਚਾਰ ਆਪ ਕੱਲ ਪ੍ਰੇਮ ਸਹਿਤ ਸਰਵਣ ਕਰ ਸਕੋਗੇ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਬਖਸ਼ ਦੇਣੀ। ਆਓ 2 ਮਿੰਟ ਵਾਸਤੇ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਸਾਰਿਆਂ ਨੇ ਜਪਣਾ ਹੈ, ਵਾਹਿਗੁਰੂ 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 ਸਾਰੇ ਜਪੋ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਦਰੇ ਹਰ ਕਾ